ਕਿਵੇਂ ਦਾ ਮਾਹੌਲ ਹੈ? ਕਿਉਂਕਿ ਮੈਂ ਆਪਣੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਜੇ ਕੋਈ ਨਵੀਂ ਚੀਜ਼ ਕਰਦਾ ਨਾ ਤਾਂ ਉਹ ਮੇਰੇ ਵਰਗੇ ਨੂੰ ਐ ਕਹਿੰਦੇ ਤੂੰ ਰਹਿਣ ਦੇ, ਤੂੰ ਸਿਆਣਾ ਬਣਦਾ ਵਾਲਾ। ਟਾਈਮ ਤਾਂ ਅਸੀਂ 1999 ਵਿੱਚ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਅੱਛਾ ਵੀ ਕਿੱਦਾਂ ਲੱਗਦਾ। ਕਣਕ ਝੋਨੇ ਨਾਲੋਂ ਬਿਹਤਰ ਹੈ, ਪਾਣੀ ਦੀ ਵੀ ਬਚਤ ਇਹਦੇ ਵਿੱਚ, ਤੇ ਕਣਕ ਝੋਨੇ ਦਾ ਪੈਸਾ ਆਪਾਂ ਨੂੰ 6 ਮਹੀਨਿਆਂ ਬਾਅਦ ਮਿਲਦਾ ਤੇ ਇਹਦਾ ਤਾਂ ਡੇਲੀ ਉਹ ਆਉਣਾ। ਉਹ 2-3 ਕਿਲੋ ਫੁੱਲ ਲੈ ਗਿਆ ਸੀ ਸੈਂਪਲ ਦੇ ਤੌਰ ਤੇ, ਦੁਕਾਨ ਵਾਲਿਆਂ ਕੋਲ ਲੈ ਕੇ ਚਲੇ ਗਏ। ਗੁਰਦੁਆਰਾ ਦੁਖਨਿਵਾਰਨ ਸਾਹਿਬ ਕੋਲ ਦੁਕਾਨਾਂ ਨੇ ਪਟਿਆਲੇ। ਜਦੋਂ ਉਹਨਾਂ ਨੂੰ ਅਸੀਂ ਗਲਦੋਦੀ ਦਿਖਾਈ, ਉਹ ਕਹਿੰਦੇ ਵੀ ਤੁਸੀਂ ਹੋਰ ਜ਼ਿਆਦਾ ਲਾਓ ਇਹਨੂੰ, ਵੀ ਇਹਦੀ ਸੇਲ ਵਧੀਆ ਹੋਊਗੀ, ਪੈਸਾ ਵਧੀਆ ਬਣੂਗਾ। ਅੱਧਾ ਕਿੱਲਾ ਵੱਟਾਂ ਬਣਾ ਕੇ ਇੱਕ ਸਾਈਡ ਗੁਲਜਾਫਰੀ ਲਾਤੀ, ਦੂਜੀ ਸਾਈਡ ਮੱਕੀ ਲਾਤੀ, ਵੀ ਜੇ ਫੁੱਲ ਨਾ ਵਿਕੇ ਤੇ ਲੋਕ ਮਜ਼ਾਕ ਨਾ ਉਡਾਉਣ ਵੀ ਚੱਲ ਆਪਣੀ ਮੱਕੀ ਉਹ ਹੋ ਜੂਗੀ। ਤੇ ਮੇਰੇ ਫੁੱਲ ਵੀ ਵਧੀਆ ਵਿਕੇ ਤੇ ਮੱਕੀ ਵੀ ਵਧੀਆ ਹੋ ਗਈ। ਜਾਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ 200-250 ਰੁਪਏ ਕਿਲੋ ਫੁੱਲ ਦਾ ਰੇਟ ਹੋ ਜਾਂਦਾ। ਉਸ ਟਾਈਮ ਵੀ ਆਪਣੇ ਕੋਲ ਫੁੱਲ ਲੱਗਿਆ ਤਿਆਰ ਹੋਣਾ ਚਾਹੀਦਾ। ਜੇ ਆਪਣਾ ਬੰਦੇ 'ਚ ਵਿਕ ਰਿਹਾ, ਉਹ ਤੇਜ਼ੀ ਵਾਲਾ ਸਾਰਾ ਕਸਰਾਂ ਕੱਢ ਜਾਂਦਾ। ਫਿਰ ਉਹ ਵੀ ਤੁਸੀਂ ਫੁੱਲ ਫਰੈਸ਼ ਫੁੱਲ ਸੇਲ ਨਾ ਕਰੋ, ਤੁਸੀਂ ਪੱਤੀ ਬਣਾਓ, ਮੈਂ ਚੱਕੂੰਗਾ। ਰੇਟ ਵੀ ਤੁਹਾਨੂੰ ਹੋਰ ਪਿਛਲੇ ਸਾਲ ਤੋਂ ਵੱਧ ਦੇਵਾਂਗਾ ਮੈਂ। ਜੇ 20-25 ਰੁਪਏ ਵੀ ਰੇਟ ਆਪਣਾ ਚੱਲਦਾ ਘੱਟ ਤੋਂ ਘੱਟ, ਕਣਕ ਝੋਨੇ ਤੋਂ ਫਿਰ ਵੀ ਅੱਗੇ ਹੈ ਜੀ ਇਹ। ਦੋਸਤੋ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬੜੇ ਹੀ ਖੂਬਸੂਰਤ ਰੰਗ ਬਰੰਗੇ ਫੁੱਲਾਂ ਦੇ ਵਿੱਚ ਖੜੇ ਹਾਂ। ਇਹ ਪਿੰਡ ਹੈ ਖੇੜੀ ਮੱਲਾਂ, ਪਟਿਆਲੇ ਜ਼ਿਲ੍ਹੇ ਦਾ। ਇੱਥੇ ਬੜੇ ਲੰਬੇ ਸਮੇਂ ਤੋਂ ਭਰਪੂਰ ਸਿੰਘ ਨਿਰਮਾਣ ਜਿਹੜੇ ਹੈ ਉਹ ਫੁੱਲਾਂ ਦੀ ਖੇਤੀ ਕਰ ਰਹੇ ਆ। ਫੁੱਲਾਂ ਦੀ ਖੇਤੀ ਦੇ ਵਿੱਚ ਹਾਲਾਂਕਿ ਪੰਜਾਬ ਨੂੰ ਕਿਹਾ ਜਾਂਦਾ ਕਿ ਇਹ ਤਾਂ ਕਣਕ ਤੇ ਝੋਨਾ ਹੀ ਲਾਉਂਦੇ ਆ, ਪਰ ਦੇਖਿਆ ਇੱਥੇ ਰੰਗ ਬਰੰਗੇ ਫੁੱਲ ਵੇਖ ਕੇ ਕਿ ਨਹੀਂ, ਆਪਣੇ ਜਿਹੜੇ ਕਿਸਾਨ ਆ ਉਹ ਜਾਗਰੂਕ ਹੈਗੇ ਆ, ਉਹ ਵੱਖਰੇ ਕਿਸਮ ਦੀ ਖੇਤੀ ਵੀ ਕਰਦੇ ਆ। ਅੱਜ ਬਾਪੂ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਆ ਜਿਹੜਾ 20-21 ਸਾਲ ਦਾ ਸਮਾਂ ਹੈ ਇਹਦੇ 'ਚ ਕਿੰਨੀਆਂ ਕੁ ਮੁਸ਼ਕਲਾਂ ਆਈਆਂ, ਕਿਵੇਂ ਇਹ ਆਪਣੇ ਫੁੱਲ ਦੀ ਵਿਕਰੀ ਕਰਦੇ ਆ। ਹਰ ਇੱਕ ਗੱਲਬਾਤ ਕਰਾਂਗੇ ਉਹਨਾਂ ਨਾਲ, ਕਿਉਂਕਿ ਜਿਹੜੇ ਆਪਣੇ ਮੁੰਡੇ ਆ ਨਾ, ਨੌਜਵਾਨ, ਉਹ ਕੀ ਸੋਚਦੇ ਆ, ਕਿਉਂਕਿ ਉਹਨਾਂ ਨੂੰ ਇੱਦਾਂ ਹੈ ਕਿ ਖੇਤੀ ਦੇ ਵਿੱਚ ਕੋਈ ਬਚਤ ਨਹੀਂ ਹੈ। ਬਾਪੂ ਜੀ ਨਾਲ ਗੱਲਬਾਤ ਕਰਾਂਗੇ। ਬਾਪੂ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਬਾਪੂ ਇਹ ਕਿਵੇਂ ਦਾ ਮਾਹੌਲ ਹੈ? ਕਿਉਂਕਿ ਮੈਂ ਆਪਣੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਜੇ ਕੋਈ ਨਵੀਂ ਚੀਜ਼ ਕਰਦਾ ਨਾ ਤਾਂ ਉਹ ਮੇਰੇ ਵਰਗੇ ਨੂੰ ਐ ਕਹਿੰਦੇ ਤੂੰ ਰਹਿਣ ਦੇ, ਤੂੰ ਸਿਆਣਾ ਬਣਦਾ ਵਾਲਾ, ਵੀ ਤੂੰ ਫੁੱਲ ਲਾਉਣ ਲੱਗ ਗਿਆ, ਜਾਂ ਤੂੰ ਹੋਰ ਕੋਈ ਜਿੱਦਾਂ ਅੱਜ ਕੱਲ੍ਹ ਹੋਰ ਸੂਰ ਵੀ ਰੱਖਦੇ ਆ ਲੋਕ, ਬੱਕਰੀਆਂ ਵੀ ਰੱਖਦੇ ਆ ਨਾ, ਇੰਨਾ ਕੁਛ ਵੱਖਰੇ ਕਿਸਮ ਦੀਆਂ ਖੇਤੀਆਂ ਕਰਨ ਲੱਗ ਗਏ। ਤੁਹਾਨੂੰ ਕਿਵੇਂ ਲੱਗਿਆ? ਤੁਸੀਂ ਕਦੋਂ ਸ਼ੁਰੂ ਕੀਤਾ ਸੀ ਇਹ ਕੰਮ ਸਾਰਾ? 1999 ਤੋਂ ਸ਼ੁਰੂ ਕੀਤਾ ਇਹ ਫੁੱਲਾਂ ਦੀ ਖੇਤੀ ਜਿਹੜੀ ਕਰਨ ਲੱਗਿਆ ਅਸੀਂ। ਅੱਛਾ। ਪਹਿਲਾਂ ਜਿਹੜੀ ਥੋੜੀ ਕਰਨ ਲੱਗੇ ਸੀ, ਥੋੜੀ ਤੋਂ ਵਧਾਉਂਦੇ ਅਸੀਂ ਅੱਜ 15-16 ਕਿੱਲਿਆਂ ਦੇ ਵਿੱਚ ਫੁੱਲਾਂ ਦੀ ਖੇਤੀ ਕਰ ਰਹੇ ਹਾਂ। ਕਿਵੇਂ ਬਾਪੂ ਲੱਗਿਆ ਤੁਹਾਨੂੰ ਵੀ 1999 ਦਾ ਸਮਾਂ ਜਿਹੜਾ, ਉਦੋਂ ਤੁਹਾਡੇ ਮਨ ਦੇ ਵਿੱਚ ਕਿਉਂ ਇਹ ਖਿਆਲ ਆਇਆ? ਉਸ ਟਾਈਮ ਤਾਂ ਅਸੀਂ 1999 ਵਿੱਚ ਐਕਸਪੈਰੀਮੈਂਟ ਕਰਕੇ ਦੇਖਿਆ ਸੀ। ਅੱਛਾ। ਵੀ ਕਿੱਦਾਂ ਲੱਗਦਾ। ਚਲੋ ਉਸ ਟਾਈਮ ਐਕਸਪੈਰੀਮੈਂਟ ਸਾਨੂੰ ਸਹੀ ਲੱਗਿਆ ਤੇ ਫਿਰ ਅਸੀਂ ਵਧਾਉਣਾ ਸ਼ੁਰੂ ਕਰਤਾ। ਅੱਧੇ ਕਿੱਲੇ ਤੋਂ ਫਿਰ ਕਿੱਲਾ ਕਰਤਾ, ਫਿਰ 2 ਕਿੱਲੇ, 2 ਤੋਂ 4, ਜਾਣੀ ਕਿ ਜਿਉਂ-ਜਿਉਂ ਸਾਡੀ ਅੱਗੇ ਸੈਟਿੰਗ ਹੁੰਦੀ ਗਈ ਸੇਲ ਕਰਨ ਦੀ, ਉਸ ਤਰ੍ਹਾਂ ਅਸੀਂ ਵਧਾਉਂਦੇ ਜਾਈਂਗੇ। ਅੱਛਾ। ਤੇ ਫਿਰ ਉਹਨਾਂ ਸਮਿਆਂ ਦਾ ਸਾਨੂੰ ਦੱਸੋ ਵੀ, ਕਿਉਂਕਿ ਜੇ ਕੋਈ ਆਪਾਂ ਵੱਖਰਾ ਕੰਮ ਕਰਦੇ ਨਾ ਤਾਂ ਆਪਣੇ ਪਿੰਡਾਂ ਵਾਲੇ ਲੋਕਾਂ ਦੀ ਆਦਤ ਹੁੰਦੀ ਕਈ ਵਾਰੀ ਵੀ ਆਪਾਂ ਨੂੰ ਯਾਰ ਮਿਹਣੇ ਲਾ ਲਓ ਜਾਂ ਹਾਸਾ ਲਾ ਲਓ, ਹੈ ਨਾ, ਵੀ ਆਹ ਕੀ ਨਵੀਂ ਗੱਲ ਕਰਨ ਲੱਗ ਗਏ। ਕੋਈ ਵੀ ਕੰਮ ਹੈ, ਚਾਹੇ ਆਪਾਂ ਮੱਝਾਂ ਦਾ ਕਰ ਲਓ, ਖੁੰਬਾਂ ਦੀ ਖੇਤੀ ਕਰ ਲਓ, ਫੁੱਲਾਂ ਦੀ ਕਰ ਲਓ, ਇੱਕ ਵਾਰੀ ਤਾਂ ਆਪਾਂ ਨੂੰ ਉਹਦੇ ਵਿੱਚ ਖੇਤੀ ਦੇ ਵਿੱਚ ਬੜਕੀ ਪਤਾ ਲੱਗਣਾ ਵਿੱਚ ਜੋ ਘਾਟਾ ਜਾਂ ਵਾਧਾ ਜਾਂ ਕਿਸ ਤਰ੍ਹਾਂ ਚੱਲਣਾ। ਜੇ ਆਪਾਂ ਨੂੰ ਸਹੀ ਲੱਗਦਾ ਫਿਰ ਆਪਾਂ ਅੱਗੇ ਚਲਾਈ ਜਾਂਦੇ ਆ, ਜੇ ਆਪਾਂ ਨੂੰ ਘਾਟੇ ਵਾਲਾ ਪਾਸਾ ਲੱਗਦਾ ਫਿਰ ਆਪਾਂ ਨਹੀਂ ਬੰਦ ਕਰ ਦਿੰਦੇ ਆ। ਤੇ ਦੂਜੀ ਹੁਣ ਕਣਕ ਝੋਨੇ ਨਾਲੋਂ ਤਾਂ ਇਹ ਬਿਹਤਰ ਹੈਗਾ। ਅੱਛਾ, ਕਣਕ ਝੋਨੇ ਨਾਲੋਂ ਤੁਸੀਂ ਮੰਨਦੇ ਹੋ ਇਹ ਚੀਜ਼? ਕਣਕ ਝੋਨੇ ਨਾਲੋਂ ਬਿਹਤਰ ਹੈ, ਪਾਣੀ ਦੀ ਵੀ ਬਚਤ ਇਹਦੇ ਵਿੱਚ, ਤੇ ਕਣਕ ਝੋਨੇ ਦਾ ਪੈਸਾ ਆਪਾਂ ਨੂੰ 6 ਮਹੀਨਿਆਂ ਬਾਅਦ ਮਿਲਦਾ ਤੇ ਇਹਦਾ ਤਾਂ ਡੇਲੀ ਉਹ ਆਉਣਾ। ਅੱਛਾ, ਜਿਵੇਂ ਤੜਾਈ ਕਰਦੇ ਰਹਿੰਦੇ ਹੋ ਨਾਲ ਦੀ ਨਾਲ ਪੇਮੈਂਟ? ਹਾਂ ਜੀ, ਹਾਂ, ਨਾਲ ਦੀ ਨਾਲ ਵਿਕੀ ਜਾਂਦਾ, ਨਾਲ ਦੀ ਨਾਲ ਪੇਮੈਂਟ ਹੋ ਜਾਂਦੀ ਹੈ। ਅੱਛਾ, ਠੀਕ ਹੈ। ਕਿਹੜੇ ਫੁੱਲ ਲਾਉਣੇ ਬਾਪੂ ਆਪਾਂ? ਇਹ ਗੁਲਜਾਫਰੀ ਤੇ ਲੱਡੂ ਪੈਂਦਾ ਕਹਿੰਦੇ ਜਿਹਨੂੰ ਆਪਾਂ ਮੈਰੀਗੋਲਡ, ਤੇ ਗਲੈਡੀਅਸ, ਇੱਕ ਮੌਸਮੀ ਗਲਦੋਦੀ ਜਿਹੜਾ ਚਿੱਟਾ ਫੁੱਲ ਹੁੰਦਾ। ਅੱਛਾ, ਗਲੈਡੀਅਸ ਜਿਹੜਾ ਉਹ ਲੰਮਾ ਜਿਹਾ ਫੁੱਲ, ਹਾਂ, ਜਿਹੜਾ ਆਪਣੇ ਡੰਡੀਆਂ ਵੀ ਕਲੀਆਂ ਵੀ ਕਹਿੰਦੇ ਨੇ ਉਹਨੂੰ, ਉਹ ਜਿਹੜਾ ਵਿਆਹ ਵਾਲੀਆਂ ਕਾਰਾਂ ਤੇ ਲੱਗਦੇ ਨੇ ਤੇ ਬੁੱਕਿਆਂ ਦੇ ਵਿੱਚ ਵੀ ਲੱਗਦੀਆਂ ਨੇ ਉਹ। ਅੱਛਾ, ਜਿਹੜੇ ਬੁੱਕੇ ਬਣਦੇ ਨੇ ਜੀ ਉਹਨਾਂ ਦੇ ਵਿੱਚ। ਠੀਕ ਹੈ। ਤੇ ਇਹਨਾਂ ਦੀ ਫਿਰ ਵਿਕਰੀ ਦਾ ਕੀ ਹਿਸਾਬ ਕਿਤਾਬ ਰੱਖਿਆ ਤੁਸੀਂ? ਜਿਵੇਂ ਪਹਿਲਾਂ, ਚਲੋ ਹੁਣ ਤਾਂ ਤੁਹਾਨੂੰ ਹਿਸਾਬ ਆ ਗਿਆ ਹੋ, ਬੜਾ ਲੰਬਾ ਸਮਾਂ ਹੋ ਗਿਆ। ਸ਼ੁਰੂਆਤ ਕਿਵੇਂ ਤੁਸੀਂ ਵੇਚਦੇ ਸੀਗੇ? ਸ਼ੁਰੂ ਦੇ ਵਿੱਚ ਅਸੀਂ ਆਪ ਦੁਕਾਨਾਂ ਵਾਲਿਆਂ ਕੋਲੇ ਜਾਂਦੇ ਤੇ ਵੀ ਅਸੀਂ ਫੁੱਲ ਲਾਏ ਨੇ। ਪਹਿਲੀ ਵਾਰ ਜਦੋਂ ਵੇਚਣ ਗਏ ਤੁਹਾਨੂੰ ਉਹ ਕਿੱਸਾ ਜ਼ਰੂਰ ਸੁਣਾਓ। ਉਸ ਤਰ੍ਹਾਂ ਅਸੀਂ ਗਲਦੋਦੀ ਲਾਈ ਥੋੜੀ ਜੀ, 2 ਕਿਸਵੇ ਜਗ੍ਹਾ ਦੇ ਵਿੱਚ ਲਾਈ ਦੀ। ਉਹ 2-3 ਕਿਲੋ ਫੁੱਲ ਲੈ ਗਿਆ ਸੀ ਸੈਂਪਲ ਦੇ ਤੌਰ ਤੇ, ਦੁਕਾਨ ਵਾਲਿਆਂ ਕੋਲੇ ਲੈ ਕੇ ਚਲੇ ਗਏ। ਗੁਰਦੁਆਰਾ ਦੁਖਨਿਵਾਰਨ ਸਾਹਿਬ ਕੋਲ ਦੁਕਾਨਾਂ ਨੇ ਪਟਿਆਲੇ। ਜਦੋਂ ਉਹਨਾਂ ਨੂੰ ਅਸੀਂ ਗਲਦੋਦੀ ਦਿਖਾਈ, ਉਹ ਕਹਿੰਦੇ ਵੀ ਤੁਸੀਂ ਹੋਰ ਜ਼ਿਆਦਾ ਲਾਓ ਇਹਨੂੰ, ਵੀ ਇਹਦੀ ਸੇਲ ਵਧੀਆ ਹੋਊਗੀ, ਪੈਸਾ ਵਧੀਆ ਬਣੂਗਾ। ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਹੋਰ ਵਧਾ ਲਈ, ਤੇ ਉਹ ਤੋਂ ਬਾਅਦ ਉਹਨਾਂ ਨੇ ਫਿਰ ਸਾਨੂੰ ਗੁਲਜਾਫਰੀ ਦਾ ਬੀਜ ਵੀ ਆਪਣੇ ਕੋਲੋਂ ਦਿੱਤਾ ਵੀ ਇਹ ਕਿਸਮ ਦੀ ਸ਼ੁਰੂ ਕਰੋ ਤੁਸੀਂ ਨਾਲ ਇਹਦੇ। ਤੇ ਗੁਲਜਾਫਰੀ ਮੈਂ ਲਾਈ ਅੱਧਾ ਕਿੱਲਾ,
ਅੱਧਾ ਕਿੱਲਾ ਵੱਟਾਂ ਬਣਾ ਕੇ ਇੱਕ ਸਾਈਡ ਗੁਲਜਾਫਰੀ ਲਾਤੀ, ਦੂਜੀ ਸਾਈਡ ਮੱਕੀ ਲਾਤੀ, ਵੀ ਜੇ ਫੁੱਲ ਨਾ ਵਿਕੇ ਤੇ ਲੋਕ ਮਜ਼ਾਕ ਨਾ ਉਡਾਉਣ ਅੱਛਾ ਵੀ ਚਲ ਆਪਣੀ ਮੱਕੀ ਉਹ ਹੋ ਜੂਗੀ। ਨਹੀਂ ਸਹੀ ਗੱਲ। ਤੇ ਮੇਰੇ ਫੁੱਲ ਵੀ ਵਧੀਆ ਵਿਕੇ ਤੇ ਮੱਕੀ ਵੀ ਵਧੀਆ ਹੋ ਗਈ। ਦੂਸਰੇ ਸਾਲ ਫਿਰ 1 ਕਿੱਲਾ ਕਰਤਾ ਜੀ ਮੈਂ। ਅੱਛਾ ਕਿੱਲੇ ਤੋਂ ਫਿਰ ਅੱਗੇ ਗਾਹਕ ਵੀ ਵੱਧਦੇ ਗਏ ਮੇਰੇ, ਤੇ ਫਿਰ 2 ਕਿੱਲੇ, 2 ਤੋਂ 4, 4 ਤੋਂ 6, ਅੱਜ ਮੈਂ 13, 14 ਕਿੱਲਿਆਂ, 15 ਕਿੱਲਿਆਂ ਤੱਕ ਖੇਤੀ ਕਰ ਰਿਹਾ ਫੁੱਲਾਂ ਦੀ। ਤੇ ਹੁਣ ਵੇਚਣ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ। ਸ਼ੁਰੂ ਦੇ ਵਿੱਚ ਆਪਾਂ ਨਵਾਂ ਕੰਮ ਕੋਈ ਵੀ ਸ਼ੁਰੂ ਕਰਦੇ ਆ, ਦੁੱਧ ਦਾ ਲਾ ਲਓ ਜਾਂ ਖੁੰਬਾਂ ਦੀ ਖੇਤੀ ਲਾ ਲਓ, ਕਿਸੇ ਤਰ੍ਹਾਂ ਦੀ ਲਾ ਲਓ, ਇੱਕ ਵਾਰੀ ਆਪਾਂ ਨੂੰ ਥੋੜੀ ਜਿਹੀ ਮੁਸ਼ਕਲ ਲੱਗਦੀ ਆ, ਉਦੋਂ ਅੱਗੇ ਨਹੀਂ ਫਿਰ ਰੇਟ ਰੂਟ ਦਾ ਹੀ ਨਹੀਂ ਮੈਨੂੰ ਲੱਗਦਾ ਹਿਸਾਬ ਹੋਣਾ ਬੰਦੇ ਨੂੰ ਕਈ ਵਾਰ ਸ਼ੁਰੂਆਤ ਦੇ ਨਹੀਂ, ਰੇਟ ਦਾ ਪਤਾ ਲੱਗ ਜਾਂਦਾ ਆਪਾਂ ਨੂੰ ਜਾਂ ਕੰਮ ਕਰਦੇ ਦੇ ਵਿੱਚ ਜਿਹੜੇ ਕੰਮ ਕਰ ਰਹੇ ਹਾਂ ਆਪਾਂ ਨੂੰ ਉਹਦੇ ਰੇਟ ਬਾਰੇ ਸਾਰੀ ਪਤਾ ਲੱਗੀ ਜਾਂਦਾ ਆਪਾਂ ਨੂੰ ਵੀ ਰੋਜ਼ ਦੇ ਰੋਜ਼ ਰੇਟ ਦਾ ਮਤਲਬ ਹੁਣ ਜਿਵੇਂ ਤੁਹਾਡਾ ਪੂਰਾ ਤਜਰਬਾ ਹੋ ਗਿਆ, ਜਦੋਂ ਸ਼ੁਰੂਆਤ ਕੀਤੀ ਹੋਣੀ ਆ ਤੁਸੀਂ ਹੈਨਾ, ਜਿਵੇਂ ਮੰਨ ਕੇ ਚਲੋ ਤੁਹਾਨੂੰ ਤਾਂ 20-21 ਸਾਲ ਹੋ ਗਏ ਹੈਨਾ। ਹਾਂਜੀ ਹਾਂ। ਤੇ ਜਿਹੜਾ ਕੋਈ ਨਵਾਂ ਮੁੰਡਾ ਇਸ ਵਾਰ ਕਰਦਾ ਕੇਰਾ ਤਾਂ ਮੈਨੂੰ ਲੱਗਦਾ ਉਹਨੂੰ ਮਾਰਕੀਟ ਨੂੰ ਸਮਝਣਾ ਬਹੁਤ ਮੁਸ਼ਕਲ। ਉਹ ਤਾਂ ਜੀ ਹੁਣ ਸਾਡੇ ਨਾਲ ਕਨੈਕਟ ਕਰੇ, ਅਸੀਂ ਪਨੀਰੀ ਮੰਗਾ ਕੇ ਦਿੰਦੇ ਆ ਕਲਕੱਤੇ ਤੋਂ। ਜਿਹੜਾ ਹੁਣ ਗਰਮੀ ਵਾਲਾ ਗੇਂਦਾ ਲੱਗਣਾ ਜਿੰਨਾ, ਸਾਰੀ ਪਨੀਰੀ ਕਲਕੱਤੇ ਤਿਆਰ ਹੁੰਦੀ ਆ, ਆਪਣੇ ਤਿਆਰ ਨਹੀਂ ਹੁੰਦੀ ਇਹ। ਅਸੀਂ ਪਨੀਰੀ ਮੰਗਾ ਕੇ ਦਿੰਦੇ ਆ, ਉਹਨੂੰ ਦਵਾਈਆਂ ਬਾਰੇ, ਵੇਚਣ ਬਾਰੇ ਵੀ ਅਸੀਂ ਦੱਸਦੇ ਆ ਸਾਰਾ ਕੁਝ। ਰੇਟ ਵੀ ਅਸੀਂ ਰੋਜ਼ ਦਾ ਰੋਜ਼ ਦੱਸਦੇ ਆ ਵੀ ਆਹ ਰੇਟ ਚੱਲ ਰਿਹਾ ਵੀ ਇਸ ਤੋਂ ਘੱਟ ਨਾ ਵੇਚੋ। ਨਵੇਂ ਬੰਦੇ ਤੋਂ ਦੁਕਾਨਦਾਰ ਘੱਟ ਲੈਂਦਾ, ਯਾਨੀ ਅਸੀਂ ਆਪ ਰੇਟ ਦੱਸਦੇ ਉਹਨਾਂ ਨੂੰ ਵੀ ਅੱਜ ਦੀ ਮਾਰਕੀਟ 'ਚ ਇਹ ਰੇਟ ਚੱਲ ਰਿਹਾ, ਇਸ ਤੋਂ ਘੱਟ ਨਹੀਂ ਦੇਣਾ ਹੈ ਤੁਸੀਂ ਨੇ। ਬਿਲਕੁਲ। ਚਲੋ ਆਪੋ ਆਪਾਂ ਬਹਿ ਕੇ ਗੱਲਾਂ ਬਾਤਾਂ ਕਰਦੇ ਆ। ਇੱਥੇ ਖਾਸ ਕਰਕੇ ਆਪਾਂ ਕੁਰਸੀਆਂ ਲਾਈਆਂ ਫੁੱਲਾਂ ਦੇ ਵਿੱਚ। ਤੇ ਬਾਪੂ ਇਹ ਦੱਸੋ ਵੀ ਇਹ ਜਿਹੜਾ ਪੂਰਾ ਮਾਹੌਲ ਹੈ, ਤੁਹਾਨੂੰ ਬਚਤ ਨੂੰ ਦੇਖਿਆ ਜਾਵੇ ਤਾਂ ਕਣਕ ਦਾ ਸੀਜ਼ਨ ਚੱਲ ਰਿਹਾ ਹੁਣ, ਤੁਸੀਂ ਹੁਣ ਫੁੱਲ ਲਾਏ ਹੋਏ ਆ, ਜਦੋਂ ਝੋਨੇ ਦਾ ਹੁੰਦਾ ਉਦੋਂ ਵੀ ਫੁੱਲ ਹੁੰਦੇ ਆ, ਫੁੱਲ ਲੱਗੇ ਹੁੰਦੇ ਨੇ ਜੀ। ਫਿਰ ਬਚਤ ਅੰਦਾਜ਼ਾ ਕਿਵੇਂ ਕਹਿ ਸਕਦੇ ਆਪਾਂ ਵੀ ਕਣਕ ਨਾਲੋਂ ਜ਼ਿਆਦਾ ਹੈ? ਇਹਦਾ ਬਚਤ ਇਸ ਤਰ੍ਹਾਂ ਹੈ, ਸਾਲ ਦੇ ਵਿੱਚ ਆਪਾਂ ਸਾਰਾ ਸਾਲ ਆਪਣੇ ਕੋਲ ਵੈਰਾਈਟੀ ਫੁੱਲਾਂ ਦੀ ਚੱਲ ਰਹੀ ਹੈ। ਅੱਛਾ। ਉਹਦੇ ਵਿੱਚ ਜਿੱਦਾਂ 20 ਰੁਪਏ ਕਿਲੋ ਦਾ ਰੇਟ ਆ ਗਿਆ ਤੇ ਉਸ ਟਾਈਮ ਫੁੱਲ ਹੋਣਾ ਚਾਹੀਦਾ ਆਪਣੇ ਕੋਲੇ। ਜਦੋਂ 50 ਰੁਪਏ ਵਿਕ ਰਿਹਾ ਉਸ ਟਾਈਮ ਵੀ ਫੁੱਲ ਲੱਗਿਆ ਹੋਣਾ ਚਾਹੀਦਾ। ਜਾਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ 200-250 ਰੁਪਏ ਕਿਲੋ ਫੁੱਲ ਦਾ ਰੇਟ ਹੋ ਜਾਂਦਾ, ਉਸ ਟਾਈਮ ਵੀ ਆਪਣੇ ਕੋਲੇ ਫੁੱਲ ਲੱਗਿਆ ਤਿਆਰ ਹੋਣਾ ਚਾਹੀਦਾ। ਜੇ ਆਪਣਾ ਬੰਦੇ 'ਚ ਵਿਕ ਰਿਹਾ ਉਹ ਤੇਜ਼ੀ ਵਾਲਾ ਸਾਰਾ ਕਸਰਾਂ ਕੱਢ ਜਾਂਦਾ ਫਿਰ ਉਹ। ਮਤਲਬ ਇਸ ਸਕੀਮ ਨਾਲ ਆਪਾਂ ਨੂੰ ਫੁੱਲ ਲਾਉਣੇ ਪੈਂਦੇ ਆ ਵੀ ਜਦੋਂ ਫੁੱਲ ਆਉਣ ਤਾਂ ਉਦੋਂ ਕੋਈ ਨਾ ਕੋਈ ਤਿਉਹਾਰ ਹੁੰਦਾ ਹੈ। ਤਿਉਹਾਰ ਹੋਵੇ, ਜਿਸ ਤਰ੍ਹਾਂ 2 ਵਾਰੀ ਨਰਾਤੇ ਆਉਂਦੇ ਨੇ ਇੱਕ ਸਾਲ ਦੇ ਵਿੱਚ, ਫਿਰ ਦੀਵਾਲੀ ਆਉਂਦੀ ਹੈ, ਸ਼ਿਵਰਾਤਰੀ ਆਉਂਦੀ ਹੈ, ਤੇ ਤਿਉਹਾਰਾਂ ਦੇ ਦਿਨਾਂ ਵਿੱਚ ਗਣੇਸ਼ ਪੂਜਾ ਆਉਂਦੀ ਹੈ 1 ਹਫ਼ਤਾ। ਉਹ ਤਿਉਹਾਰਾਂ ਦੇ ਦਿਨਾਂ ਵਿੱਚ ਤੇਜ਼ੀ ਆਉਂਦੀ ਹੈ। ਉਹ ਤੇਜ਼ੀ ਦੇ ਵਿੱਚ ਆਪਾਂ ਨੂੰ ਜੇ ਆਪਣੇ ਕੋਲ ਫੁੱਲ ਲੱਗਿਆ ਹੈਗਾ, ਜੋ ਮੰਦੇ ਵਾਲਾ ਹੈ ਵਿਕਿਆ ਆਪਣਾ, ਉਹ ਸਾਰੀ ਕਸਰ ਕੱਢ ਜਾਣੀ ਆ। ਅੱਛਾ, ਜੇ ਕਈ ਵਾਰੀ ਘੱਟ ਰੇਟ, ਹਾਂਜੀ ਘੱਟ ਰੇਟ ਹੁੰਦਾ ਕਈ ਵਾਰੀ। ਜਿਸ ਤਰ੍ਹਾਂ ਕਿ ਹੁਣ ਹੋਲੀਆਂ ਚੱਲ ਰਹੀਆਂ, ਡਿਮਾਂਡ ਘੱਟ ਹੈ ਥੋੜੀ ਜੀ, ਹੁਣ ਡਿਮਾਂਡ ਘਟਣ ਕਰਕੇ ਰੇਟ ਵੀ ਘੱਟ ਹੈ। ਇਹ ਤੋਂ ਬਾਅਦ ਨਰਾਤੇ ਆ ਜਾਣੇ ਨੇ, ਨਰਾਤਿਆਂ ਦੇ ਵਿੱਚ ਇਹ ਫੁੱਲ ਆਪਣੇ ਕੋਲੇ ਹੈਗਾ ਤਾਂ ਉਦੋਂ ਬਾਅਦ ਤੇਜ਼ੀ ਹੈ, ਫਿਰ ਹਫ਼ਤਾ ਤੇਜ਼ੀ ਉਹ ਚੱਲਣੀ ਹੈ। ਇਹਦੇ 'ਚ ਬਾਪੂ ਆਪਾਂ ਕਦੋਂ ਜਿਹੜੇ ਆ ਫੁੱਲ ਲਾਉਣੇ ਆ ਹਨਾ, ਜਾਂ ਇਹਨਾਂ ਦੇ ਵਿੱਚ ਕਈ ਵਾਰ ਨੁਕਸਾਨ ਵੀ ਹੋ ਜਾਂਦਾ, ਜਿਵੇਂ ਮੀਂਹ ਮੂੰਹ ਨਾਲ ਹੁੰਦਾ ਹੋਣਾ ਜਾਂ ਕੋਈ ਬਿਮਾਰੀ ਠਮਾਰੀ, ਉਹਦੇ ਬਾਰੇ ਵੀ ਸਾਨੂੰ ਦੱਸੋ, ਕਿਉਂਕਿ ਕੋਈ ਵੀ ਇਹ ਖੇਤੀ ਹੈ ਜਿਹੜਾ ਇਹ ਰਿਸਕ ਤਾਂ ਹੈਗਾ ਇਹਦੇ 'ਚ, ਚਾਹੇ ਕੋਈ ਵੀ ਖੇਤੀ ਹੋਵੇ ਹਨਾ ਜੀ। ਜੇ ਆਪਾਂ ਕਣਕ ਲਾਉਣੇ ਆ ਜਾਂ ਝੋਨਾ ਲਾਉਣੇ ਆ, ਫੁੱਲਾਂ ਦੀ ਲਾ ਲਓ, ਸਬਜ਼ੀਆਂ ਦੀ ਲਾ ਲਓ, ਉਹ ਰਿਸਕ ਆ ਜਿਹੜਾ ਹਰ ਇੱਕ ਫਸਲ ਤੇ ਹੀ ਆ। ਉਹ ਤਾਂ ਹਰ ਇੱਕ 'ਚ ਹੈਗਾ। ਜੇ ਗੜੇ ਪੈਂਦੇ ਨੇ ਤਾਂ ਹਰ ਇੱਕ ਫਸਲ ਤੇ ਹੀ ਪੈਣਗੇ। ਬਿਲਕੁਲ। ਜ਼ਿਆਦਾ ਬਰਸਾਤਾਂ ਪੈ ਗਈਆਂ ਤਾਂ ਵੀ ਹਰ ਇੱਕ ਫਸਲ ਨੂੰ ਨੁਕਸਾਨ ਪਹੁੰਚਦਾ ਉਹਦਾ। ਇਹ ਚੀਜ਼ ਇਹਦੇ 'ਚ ਕਦੋਂ ਤੁਹਾਨੂੰ ਲੱਗਦਾ ਵੀ ਕੀ ਆਪਾਂ ਨੂੰ ਜਿਹੜੇ ਨਵੇਂ ਮੁੰਡੇ ਉਹਨਾਂ ਨੂੰ ਉਹ ਰੱਖਣੀਆਂ ਚਾਹੀਦੀਆਂ ਸਾਵਧਾਨੀਆਂ, ਜਾਂ ਕਿਹੜੀਆਂ ਚੀਜ਼ਾਂ ਤੋਂ ਬਚਾਅ ਰੱਖਣਾ ਚਾਹੀਦਾ, ਤੁਹਾਨੂੰ ਕੀ ਲੱਗਦਾ? ਬਚਾਅ ਤਾਂ ਜੀ ਇਹਦਾ ਇਹ, ਇੱਕ ਤਾਂ ਜਦੋਂ ਆਪਾਂ ਲਾਉਣੇ ਆ ਫੁੱਲ ਨੂੰ ਉਹੀ ਜਗ੍ਹਾ ਲਾਉਣਾ ਚਾਹੀਦਾ ਜਿਹੜਾ ਉਹਦਾ ਪਾਣੀ ਨਿਕਲਦਾ ਹੋਵੇ, ਪਾਣੀ ਖੜਨਾ ਨਹੀਂ ਚਾਹੀਦਾ ਉਹਦੇ ਵਿੱਚ। ਜੇ ਪਾਣੀ ਖੜੂ ਤਾਂ ਬੂਟਿਆਂ ਨੂੰ ਨੁਕਸਾਨ ਹੈ। ਦੂਸਰਾ, ਜਦੋਂ ਇਹਨੂੰ ਸੁੰਡੀ ਪੈਂਦੀ ਹੈ ਉਹ ਧਿਆਨ ਆਪ ਰੱਖਣਾ ਪੈਂਦਾ ਆਪਾਂ ਨੂੰ। ਬੂਟਿਆਂ ਦੇ ਵਿੱਚ, ਪੱਤਿਆਂ ਦੇ ਵਿੱਚ ਗਲੀਆਂ ਕਰਨ ਲੱਗ ਜਾਂਦੀ ਸੁੰਡੀ। ਜੇ ਫੁੱਲ ਚੱਲ ਰਿਹਾ ਤਾਂ ਡੋਡੀ ਨੂੰ ਕਹਾਣੀ ਕਰਨ ਲੱਗ ਜਾਂਦੀ ਹੈ, ਉਹ ਸੁੰਡੀ ਵਾਲੀ ਸਪਰੇਅ ਕਰਨੀ ਪੈਂਦੀ ਹੈ। ਜੇ ਫੰਗਸ ਪੈਂਦੀ ਹੈ, ਫੰਗਸ ਝੋਨੇ ਨੂੰ ਵੀ ਪੈਂਦੀ, ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਝੁਲਸ ਰੋਗ ਪੈ ਗਿਆ ਜਾਂ ਹੋਰ ਪੈ ਗਿਆ, ਉਦਾਂ ਹੀ ਧਿਆਨ ਫੁੱਲ ਦਾ ਰੱਖਣਾ ਪੈਂਦਾ। ਜੇ ਇਹਨੂੰ ਫੰਗਸ ਹੋਊ ਫਿਰ ਫੰਗਸ ਵਾਲੀਆਂ ਸਪਰੇਆਂ ਉਹ ਕਰਨੀਆਂ ਪੈਂਦੀਆਂ ਨੇ। ਤੇ ਜਦੋਂ ਇਹ ਵੱਡਾ ਹੋ ਗਿਆ, ਛੋਟੇ ਨੂੰ ਆਪਾਂ DAP ਯੂਰੀਆ ਪਾ ਸਕਦੇ ਹਾਂ। ਜਦੋਂ ਵੱਡਾ ਹੋ ਗਿਆ ਤੇ ਉਦੋਂ ਗਰੋਥ ਪ੍ਰਮੋਟਰ ਆਪਾਂ ਉਹੀ ਸਪਰੇਅ ਕਰ ਸਕਦੇ ਹਾਂ, ਜਿਹਨੂੰ ਯੂਰੀਆ ਨਹੀਂ ਪਾ ਸਕਦੇ ਉਸ ਤੋਂ ਬਾਅਦ। ਗਰੋਥ ਪ੍ਰਮੋਟਰ ਪੈਂਦੇ ਉਸ ਤੋਂ, ਉਹ ਪੈਂਦੀਆਂ ਨੇ ਫਿਰ ਸਪਰੇਆਂ। ਤੇ ਇਹਦੇ 'ਚ ਜੇ ਆਪਾਂ ਕਿੱਲੇ ਦਾ ਹਿਸਾਬ ਲਾਈਏ, ਜਿਵੇਂ ਤੁਹਾਡਾ ਇੰਨਾ ਤਜਰਬਾ, ਤੁਹਾਨੂੰ ਹਰੇਕ ਛੋਟੀ ਤੋਂ ਛੋਟੀ ਗੱਲ ਦਾ ਪਤਾ ਹੋਊਗਾ, ਕਿੱਲੇ ਦਾ ਹਿਸਾਬ ਲਾਈਏ ਤਾਂ ਕਿੱਲੇ ਦੇ ਵਿੱਚੋਂ ਕਿੰਨਾ ਕੁ ਖਰਚਾ ਹੋ ਜਾਂਦਾ ਆਪਣਾ? ਸਣੇ ਬੀਜ, ਉਸ ਤੋਂ ਬਾਅਦ ਕੋਈ ਜਿਵੇਂ ਤੁਸੀਂ ਸਪਰੇਹਾਂ ਦੱਸੀਆਂ ਜਾਂ ਖਾਦਾਂ ਦੱਸੀਆਂ, ਅੰਦਾਜ਼ਾ ਮਤਲਬ ਐਸਟੀਮੇਟ ਕਿੱਲੇ ਦਾ ਕਿੰਨਾ ਖਰਚਾ ਹੋਇਆ? ਜਿਹੜੀ ਆਪਾਂ ਸਰਦੀ ਵਾਲੀ ਗੁਲਜਾਫਰੀ ਲਾਉਣੀ, ਜਿਹਦਾ ਬੀਜ ਆਪਾਂ ਆਪ ਤਿਆਰ ਕਰ ਲੈਂਦੇ ਹਾਂ। ਅੱਛਾ। ਅੱਧਾ ਕਿੱਲੇ ਬੀਜ ਦੇ ਵਿੱਚੋਂ 1 ਏਕੜ ਲੱਗ ਜਾਂਦਾ। ਇਹਦੇ 'ਤੇ ਆ ਜਾਂਦਾ ਆਪਣਾ 15 ਤੋਂ ਲਾ ਕੇ 20 ਦੇ ਵਿੱਚ ਖਰਚਾ, ਵਿੱਚ ਗੋਡੀਆਂ ਹੋ ਗਈਆਂ, ਵਿੱਚ ਲਵਾਈ ਲੂਈ ਸਾਰਾ ਕੁਝ ਲਾ ਕੇ ਜ਼ਮੀਨ ਦੀ ਤਿਆਰੀ ਕਰਕੇ। ਤੜਾਈ ਆਉਂਦੀ ਇਹਦੇ 'ਚ? ਹਾਂਜੀ। ਤੜਾਈ ਨਹੀਂ, ਤੜਾਈ ਤਾਂ ਜੀ ਉਦੋਂ ਫੁੱਲ ਚੱਲ ਪਿਆ ਆਪਣਾ, ਫਿਰ ਤਾਂ ਨਿਕਲਣੀ ਲੱਗ ਜਾਣੀ ਹੈ। ਜੇ ਫੁੱਲ ਚੱਲ ਪਿਆ ਫਿਰ ਤਾਂ ਆਪਾਂ ਉਹਨੂੰ ਗਿਣਦੇ ਨਹੀਂ ਵਿੱਚ। ਫੁੱਲ 3 ਮਹੀਨੇ ਫੁੱਲ ਚੱਲਣਾ ਹੈ, 3 ਮਹੀਨੇ ਲੇਬਰ ਵੀ ਚੱਲੂ ਤੇ ਆਪਾਂ ਨੂੰ ਆਮਦਨ ਵੀ ਆ ਰਹੀ ਹੈ, ਜਾਣੀ ਫੁੱਲ ਚੱਲਣ ਤੱਕ। ਅੱਛਾ, ਫੁੱਲ ਚੱਲਣ ਤੱਕ 20,000 ਰੁਪਇਆ। 20,000 ਜਿਹੜਾ ਆਪਾਂ ਲਾਉਣੇ ਆ ਲੱਡੂ ਗੇਂਦਾ ਲੱਗ ਰਿਹਾ, ਉਹਦੀ ਪਨੀਰੀ ਆਪਾਂ ਨੂੰ ਕਲਕੱਤੇ ਤੋਂ ਮਿਲਦੀ ਹੈ, ਉਹ ਮਹਿੰਗੀ ਮਿਲਦੀ ਹੈ, ਉਹ 25 ਤੋਂ 30 ਤੱਕ ਆ ਜਾਂਦਾ।
ਉਹਦਾ ਖਰਚਾ ਥੋੜਾ ਜਿਹਾ ਵੱਧ ਜਾਂਦਾ। ਇਹ ਲੱਡੂ ਕਹਿੰਦੇ ਦਾ ਨਾਂ ਤੁਸੀਂ ਰੱਖਿਆ ਜਾਂ ਨਹੀਂ ਨਹੀਂ, ਇਹਦੀ ਕਿਸਮੇ ਲੱਡੂ ਕਹਿੰਦਾ ਜੀ ਇਹ। ਅੱਛਾ, ਮੈਂ ਲੱਡੂ ਵਰਗਾ। ਹਾਂਜੀ ਹਾਂ, ਲੱਡੂ ਵਰਗਾ ਸੇਮ, ਇਹਨੂੰ ਲੱਡੂ ਕਹਿੰਦੇ ਹੀ ਕਹਿੰਦੇ ਨੇ। ਅੱਛਾ ਅੱਛਾ ਹਾਂਜੀ ਹਾਂ। ਤੇ ਉਸ ਤੋਂ ਬਾਅਦ ਉਹਦੇ ਚ ਕਿੰਨਾ ਖਰਚਾ ਦੱਸਿਆ ਤੁਸੀਂ ਲੱਡੂ ਕਹਿੰਦੇ ਚ? ਇਹ ਚ 25 ਤੋਂ 30 ਤੱਕ ਜੀ। ਇਹਦੇ ਚ ਜ਼ਿਆਦਾ? ਇਹਦੇ ਚ ਕੀ ਇਹਦੀ ਪਨੀਰੀ ਮਹਿੰਗੀ ਮਿਲਦੀ ਹੈ ਜੀ। ਪਨੀਰੀ ਕਰਕੇ ਕਲਕੱਤੇੋਂ ਆਉਂਦੀ ਹੈ ਜੀ, ਬਾਈ 에ਅਰ ਆਉਂਦੀ ਹੈ, ਉਹਦੇ ਕਰਕੇ ਮਹਿੰਗੀ ਪੈਂਦੀ ਹੈ। ਉਹ ਪਨੀਰੀ ਦੀ ਖਰਚਾ ਵੱਧ ਗਿਆ, ਬਾਕੀ ਸੇਮ ਹੈ। ਬਾਕੀ ਮੈਂ ਬਾਪੂ ਉਹ ਜਿਹੜੇ ਚਿੱਟੇ ਫੁੱਲ ਦੇਖਿਆ ਉਹਨੂੰ ਕੀ ਕਹਿੰਦੇ ਆ? ਉਹਨੂੰ ਮੌਸਮੀ ਗੁਲਦੋਦੀ ਵੀ ਕਹਿੰਦੇ ਨੇ, ਗੁਲ ਢੱਕ ਵੀ ਕਹਿੰਦੇ ਨੇ ਜੀ। ਅੱਛਾ ਅੱਛਾ, ਉਹਦਾ ਰੇਟ ਰੂਟ ਜਾਂ ਖਰਚਾ ਖੁਰਚਾ? ਉਹਦਾ ਵੀ ਰੇਟ ਇਦਾਂ ਹੀ ਹੈ, ਜਦੋਂ ਫੁੱਲ ਥੋੜਾ ਜਿਹਾ ਵੱਧ ਹੋਊ ਉਦੋਂ ਰੇਟ ਘਟ ਜਾਂਦਾ ਹੈ, ਜਦੋਂ ਫੁੱਲ ਘਟ ਖਰਚਾ ਜਾਂਦਾ ਇਹਦੇ ਬਰਾਬਰ ਹੀ ਹੁੰਦਾ? ਖਰਚਾ ਬਰਾਬਰ ਹੀ ਆਉਂਦਾ। ਜ਼ਮੀਨ ਦੀ ਤਿਆਰੀ ਵੀ ਲਾ ਲਓ, ਉਹਦਾ ਬੀਜ ਵੀ ਆਪਾਂ ਘਰੇ ਤਿਆਰ ਕਰ ਲੈਣੇ ਚਿੱਟੇ ਫੁੱਲ ਦਾ। ਅੱਛਾ, ਉਹਦਾ ਵੀ ਘਰੇ ਤਿਆਰ ਹੋ ਜਾਂਦਾ। ਕੱਲਾ ਲੱਡੂ ਕਹਿੰਦਾ ਤੁਹਾਨੂੰ ਲਿਆਉਣਾ ਪੈਂਦਾ? ਉਹ ਲੈਣਾ ਪੈਂਦਾ। ਜੇ ਆਪਾਂ ਉਹਦੇ ਤਿਆਰ ਕਰਨੀ ਹੈ ਤਾਂ ਉਹ ਸੀਡ ਕਲਕੱਤੇੋਂ ਆਊਗਾ ਜੀ, ਆਪਣੇ ਸੀਡ ਤਿਆਰ ਨਹੀਂ ਹੁੰਦਾ ਉਹਦਾ। ਅੱਛਾ ਅੱਛਾ, ਆਪਾਂ ਮਤਲਬ ਹੌਲੀ ਹੌਲੀ ਮੈਨੂੰ ਲੱਗਦਾ ਤੁਸੀਂ ਕਰਨ ਲੱਗ ਜਾਓਗੇ। ਨਹੀਂ ਜੀ, ਸੀਡ ਤਿਆਰ ਨਹੀਂ ਹੋਣਾ ਉਹਦਾ, ਮੁਸ਼ਕਿਲ ਆ ਉਹਦੇ 'ਚ ਦਿੱਕਤ ਆਉਂਦੀ ਹੈ, ਫਿਰ ਉਹਨਾਂ ਝਾੜ ਨਹੀਂ ਹੁੰਦਾ, ਉਹਦਾ ਝਾੜ ਘਟ ਜਾਂਦਾ। ਅੱਛਾ ਹਾਂ, ਜੇ ਉਹ ਪਨੀਰੀ ਅਸੀਂ ਅੱਗੇ ਦੇਵਾਂਗੇ, ਆਪ ਲਾਵਾਂਗੇ, ਜੇ ਅਸੀਂ ਆਪ ਫਾਇਦਾ ਕਰ ਲਿਆ ਤਾਂ ਵੀ ਆਪਣੀ ਸੀਡ ਤਿਆਰ ਤੋਂ ਕਰ ਲਈ ਆਪਾਂ ਨੇ, ਫਿਰ ਉਹਦਾ ਝਾੜ ਘਟ ਗਿਆ, ਉਹੀ ਨੁਕਸਾਨ ਵਾਲੀ ਗੱਲ ਹੋ ਗਈ। ਬਿਲਕੁਲ ਬਿਲਕੁਲ ਬਿਲਕੁਲ। ਤੇ ਜਿੱਥੋਂ ਕਮਾਈ ਦੀ ਗੱਲ ਕਰੀਏ ਬਾਪੂ ਆਪਾਂ, ਕਮਾਈ ਜਿਹੜੀ ਆ ਉਹ ਕਿੰਨੀ ਕੁ ਹੋ ਜਾਂਦੀ ਹੈ ਇੱਕ ਕਿੱਲੇ ਚੋਂ? ਇਹਦਾ ਜੇ ਆਪਣਾ 20-25 ਜਿਹੜੇ ਵੈਰਾਈਟੀਆਂ ਦੱਸੀਆਂ ਤੁਸੀਂ, ਜੇ ਆਪਾਂ ਗੁਲਜਾਫਰੀ ਲਾ ਲਓ, ਲੱਡੂ ਗੇਂਦਾ ਲਾ ਲਓ, ਜੇ 20-25 ਰੁਪਏ ਵੀ ਰੇਟ ਆਪਣਾ ਚੱਲਦਾ ਘੱਟ ਤੋਂ ਘੱਟ, ਕਣਕ ਝੋਨੇ ਤੋਂ ਫਿਰ ਵੀ ਅੱਗੇ ਹੈ ਜੀ ਇਹ। ਅੱਛਾ, ਕਿੱਲੇ ਚੋਂ ਕਿੰਨੀ ਕੁ ਅੰਦਾਜ਼ਾ? 80-85 ਕੁਇੰਟਲ ਦਾ ਝਾੜ ਹੈਗਾ ਜੀ ਕਿੱਲੇ ਦੇ ਵਿੱਚੋਂ, ਜੇ ਆਪਾਂ ਸਹੀ ਤਰ੍ਹਾਂ ਚਲਾਈਏ, ਬਰਸਾਤ ਤੋਂ ਬਚਿਆ ਰਹੇ ਤੇ ਫੁੱਲ ਰੁਕੇ ਨਾ, ਬੂਟੇ ਦੇ ਉੱਪਰ ਤੜਾਈਆਂ ਸਹੀ ਚੱਲੀ ਜਾਣ, 80-85 ਕੁਇੰਟਲ ਝਾੜ ਹੈ ਜੀ। ਅੱਛਾ, ਜੇ ਤੜਾਈਆਂ ਸਹੀ ਚੱਲੀ ਜਾਂਦੀਆਂ ਤਾਂ ਫੁੱਲ ਆਉਂਦੇ ਰਹਿੰਦੇ ਆ? ਜੇ ਫੁੱਲ ਆਪਣਾ ਰੁਕ ਜਾਂਦਾ ਬੂਟੇ ਦੇ ਉੱਪਰ, ਤੜਾਈ ਰੁਕ ਗਈ ਤੇ ਫਿਰ ਬੂਟਾ ਕਮਜ਼ੋਰ ਪੈਣ ਲੱਗ ਜਾਂਦਾ ਜੀ, ਉਹਦੇ ਕਰਕੇ ਫਿਰ ਅੱਗੇ ਝਾੜ ਘਟਣ ਦਾ ਹੀ ਰਹਿੰਦਾ। ਸਭ ਤੋਂ ਬਾਪੂ ਆਪਣੇ ਜਿਹੜੇ ਕਿਸਾਨ ਆ ਵਿਚਾਰੇ, ਉਹ ਬਹੁਤ ਮਿਹਨਤ ਕਰਦੇ ਆ। ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਮੰਡੀ ਕਰਨਾ, ਹਨਾ? ਹਰ ਇੱਕ ਚੀਜ਼ ਦਾ ਲਾ ਲਓ, ਹਨਾ? ਜਿਵੇਂ ਹੁਣ ਵੀ ਜਿਹੜੇ ਕਾਨੂੰਨਾਂ ਦੀ ਗੱਲ ਕਰੀ ਜਾਂਦੇ ਆ, ਤਾਂ ਉਹ ਸਭ ਤੋਂ ਵੱਡਾ ਰੌਲਾ ਮੰਡੀ ਕਰਨ ਦਾ। ਇਹਦਾ ਸਭ ਤੋਂ ਵੱਡਾ ਕਾਰਨ ਹੋਣ ਕਰਕੇ ਤੁਸੀਂ ਕੀ ਹੱਲ ਕੱਢਿਆ ਇਹਦਾ? ਮਤਲਬ ਤੁਸੀਂ ਮੰਡੀਕਰਨ ਕਿਵੇਂ ਕਰਦੇ ਹੋ ਉਹਦਾ? ਕਿਉਂਕਿ ਬਾਕੀ ਤਾਂ ਮੰਡੀਆਂ ਵੀ ਹੈਗੀਆਂ, ਇਹਦੀ ਤਾਂ ਕੋਈ ਮੰਡੀ ਵੀ ਹੈ ਨਹੀਂ ਪੰਜਾਬ 'ਚ। ਨਹੀਂ, ਦਿੱਲੀ ਮੰਡੀ ਹੈਗੀ ਹੈ ਜੀ। ਨਾ ਮਤਲਬ ਪੰਜਾਬ 'ਚ? ਹਾਂਜੀ, ਪੰਜਾਬ 'ਚ ਨਹੀਂ ਹੈ ਕੋਈ। ਪੰਜਾਬ 'ਚ ਕੋਈ ਮੰਡੀ ਨਹੀਂ? ਕੋਈ ਮੰਡੀ ਨਹੀਂ ਹੈ ਪੰਜਾਬ ਦੇ ਵਿੱਚ ਜੀ, ਜਿੱਥੇ ਕਿ ਜਣੀ ਆਪਾਂ ਖੁੱਲਾ ਵੇਚ ਸਕਦੇ ਹਾਂ, ਉੱਥੇ ਕੋਈ ਇਹੋ ਜਿਹੀ ਕੋਈ ਮੰਡੀ ਨਹੀਂ ਹੈ। ਕਿਵੇਂ ਤੁਸੀਂ ਫਿਰ ਕਰਦੇ ਹੋ ਇਹਦਾ? ਇਹ ਤਾਂ ਜੀ ਹੁਣ ਸ਼ੁਰੂ ਦੇ ਵਿੱਚ 1-2 ਸਾਲ ਦਿੱਕਤ ਆਉਂਦੀ ਹੈ, ਉਸ ਤੋਂ ਬਾਅਦ ਤਾਂ ਫਿਰ ਆਪਣੇ ਗਾਹਕ ਬਣ ਜਾਂਦੇ ਨੇ। ਪਤਾ ਉਹਨਾਂ ਨੂੰ ਵੀ ਇਸ ਬੰਦੇ ਕੋਲੇ ਫੁੱਲ ਲੱਗਿਆ ਹੋਇਆ, ਉਹ ਆਪਣੇ ਆਪ ਹੀ ਫੋਨ ਕਰਦੇ ਨੇ। ਅੱਛਾ, ਫਿਰ ਫੋਨ ਦੀ ਕਨੈਕਟ ਹੋ ਜਾਂਦਾ ਜੀ, ਭੇਜੀ ਜਾਂਦੇ ਆ। ਫਿਰ ਜਾਂਦੇ ਕਿਵੇਂ ਆ? ਜਾਂਦੇ ਜਿਹੜਾ ਦੂਰ ਜਾਂਦਾ ਜੀ, ਉਹ ਬੱਸਾਂ ਦੇ ਵਿੱਚ ਜਾਂਦਾ। ਅੱਗੇ ਕਿਰਾਇਆ ਦੇਖ ਕੇ ਆਪਣੇ ਆਪ ਲਾ ਲੈਂਦਾ ਗੱਡੀ ਦੇ ਵਿੱਚ, ਅਸੀਂ ਫੋਨ ਤੇ ਨੰਬਰ ਦੱਸ ਦਿੰਦੇ ਆ ਵੀ ਫਲਾਣੀ ਗੱਡੀ ਦੇ ਵਿੱਚ ਤੁਹਾਡਾ ਇੰਨਾ ਮਾਲ ਆ ਰਿਹਾ। ਜਿਹੜਾ ਆਪਣੇ ਉਰੇ ਲੋਕਲ ਹੈ ਉਹ ਅਸੀਂ ਆਪ ਵੀ ਸਪਲਾਈ ਕਰੀ ਜਾਂਦੇ ਆ, ਤੇ ਦੁਕਾਨਦਾਰ ਆਪ ਵੀ ਆ ਕੇ ਲੈ ਜਾਂਦੇ ਨੇ ਸਾਡੇ ਕੋਲੋਂ। ਕਿੱਥੋਂ ਤੱਕ ਜਾਂਦਾ ਪੰਜਾਬ 'ਚ? ਆਲ ਪੰਜਾਬ ਦੇ ਵਿੱਚ ਜੀ, ਸਾਰੇ ਕਿਤੇ? ਹਾਂਜੀ, ਉਧਰ ਅੰਮ੍ਰਿਤਸਰ ਵੱਲੀ ਵੀ? ਹਾਂਜੀ ਹਾਂ, ਆਲ ਪੰਜਾਬ ਦੇ ਵਿੱਚ। ਇੱਧਰ ਬਠਿੰਡੇ ਵੱਲ ਆਮ ਜਾਂਦਾ ਜੀ। ਅੱਛਾ, ਕੀ ਬਾਤ ਹੈ ਬਾਪੂ। ਇਹ ਤਾਂ ਫਿਰ ਤੁਹਾਡਾ ਤਜਰਬਾ ਬੋਲਦਾ, ਨੈਟਵਰਕ ਬਣਾਇਆ ਜਿਹੜਾ ਤੁਸੀਂ। ਤਾਂ ਜੀ ਐਂ ਕਰਦੇ ਆਪ ਵੀ ਆ ਜਾਂਦਾ, ਤਜਰਬਾ ਤਾਂ ਫਿਰ ਹੋ ਜਾਂਦਾ। ਤੇ ਜਿਹੜਾ ਇਹ ਸਾਰਾ ਤੁਸੀਂ ਸਿਸਟਮ ਤੋਰਿਆ, ਇਹਦੇ 'ਚ ਜੋ ਘਰਦਿਆਂ ਦਾ ਕੀ ਰੋਲ ਹੈ? ਜਿਵੇਂ ਤੁਸੀਂ ਕਿਉਂਕਿ ਘਰ ਦੇ ਵੀ ਆਪਣੇ ਬਹੁਤ ਹੱਕ 'ਚ ਹੋਣੇ ਜ਼ਰੂਰੀ ਹੁੰਦੇ ਆ। ਵੱਖਰੀ ਕਿਸਮ ਦੀ ਖੇਤੀ ਕਰਨਾ ਕੋਈ ਖਾਲਾਈ ਦਾ ਬੜਾ ਨਹੀਂ ਹੁੰਦਾ। ਜੇ ਲੋਕ ਇਦਾਂ ਕਰਦੇ ਆ ਤਾਂ ਆਪਣੇ ਘਰਦਿਆਂ ਨੂੰ ਵੀ ਨਾਲ ਜੁੜਨਾ, ਹੌਸਲਾ ਦੇਣਾ, ਕਈ ਵਾਰ ਘਾਟੇ ਵੀ ਪੈਂਦੇ ਆ। ਮੇਰੇ 2 ਬੇਟੇ ਨੇ ਜੀ, ਲਾਡਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ, ਦੋਏ ਮੈਨੂੰ ਸ਼ੁਰੂ ਤੋਂ ਬਹੁਤ ਸਾਥ ਦੇ ਰਹੇ ਨੇ। ਹੁਣ ਜਾਣੀ ਕਿ ਸਾਰੀ ਕਮਾਨ ਉਹਨਾਂ ਨੇ ਸਾਂਭੀ ਹੋਈ ਹੈ, ਮੈਂ ਸਿਰਫ ਸਪਲਾਈ ਕਰਨ ਤੇ ਹੀ ਹਾਂ ਇਕੱਲਾ। ਸਿਰਫ ਜੋ ਖੇਤ ਦਾ ਕੰਮ ਹੈ ਸਾਰਾ ਉਹ ਆਪ ਕਰਾਉਂਦੇ ਨੇ, ਲੇਬਰ ਦੇ ਨਾਲ ਰਹਿੰਦੇ ਨੇ, ਆਪ ਕਰਦੇ ਨੇ ਸਾਰਾ ਕੁਝ ਨਾਲ ਲੱਗ ਕੇ। ਹਾਂਜੀ ਹਾਂ, ਠੀਕ ਹੈ। ਮਤਲਬ ਉਹਨਾਂ ਨੇ ਸ਼ੁਰੂ ਤੋਂ ਤੁਹਾਨੂੰ ਪੂਰੀ ਸਪੋਰਟ ਕੀਤੀ? ਹਾਂਜੀ ਹਾਂ, ਸ਼ੁਰੂ ਤੋਂ ਪੂਰੀ ਸਪੋਰਟ ਕੀਤੀ ਹੈ ਜੀ। ਹਾਂ, ਮੈਂ ਦੇਖਿਆ ਸੀ ਉਹ ਮੁੰਡਾ ਹੁਣ ਵੀ ਜਾ ਰਿਹਾ ਸੀ ਬੱਸ ਤੇ। ਹਾਂਜੀ ਹਾਂ, ਪੂਰੀ ਸਪੋਰਟ ਕੀਤੀ ਹੈ ਮੈਨੂੰ। ਇਕੱਲਾ ਤਾਂ ਮੈਂ ਕੀ ਕਰ ਸਕਦਾ ਸੀ, ਜੇ ਪਰਿਵਾਰ ਦੀ ਸਪੋਰਟ ਹੋਵੇ ਤਾਂ ਹੀ ਬੰਦਾ ਕਾਮਯਾਬ ਹੋ ਸਕਦਾ। ਬਿਲਕੁਲ। ਮੁੰਡੇ ਆਪ ਹੀ ਬੱਸਾਂ ਬੁੱਸਾਂ ਵਾਲਿਆਂ ਨੂੰ ਦੇਣ ਜਾਂਦੇ ਆ। ਹਾਂਜੀ ਹਾਂ, ਉੱਧਰ ਗਾਂ ਜਿੱਥੇ ਹੈ ਗਾਂ ਵੀ ਉੱਥੇ ਤਾਰ ਲੈਂਦੇ ਆ। ਹਾਂਜੀ ਹਾਂ, ਆਪਣੇ ਆਪ ਅੱਗੇ ਦੁਕਾਨਦਾਰ ਲਾ ਲੈਂਦਾ ਜੀ, ਕਿਰਾਇਆ ਉਹ ਬੱਸ ਵਾਲੇ ਨੂੰ ਕਨੈਕਟਰ ਨੂੰ ਦੇ ਦਿੰਦਾ ਆਪ। ਬਿਲਕੁਲ। ਤੁਹਾਡੇ ਕੋਲੇ ਕੋਈ ਇਹੋ ਜਿਹਾ ਮੁੰਡਾ ਆਇਆ ਨਵਾਂ ਜਿਹੜਾ ਤੁਹਾਨੂੰ ਆ ਕੇ ਕਿਹਾ ਹੋਵੇ ਵੀ ਬਾਪੂ ਮੈਂ ਵੀ ਲਾਉਣੇ ਆ ਫੁੱਲ? ਕਾਫੀ ਆਏ ਨੇ ਜੀ। ਅੱਛਾ, ਕੀ ਕਹਿੰਦੇ ਆ? ਉਹ ਪੁੱਛ ਕੇ ਵੀ ਜਾਂਦੇ ਨੇ ਸਾਨੂੰ ਵੀ ਕਦ ਲੱਗਦਾ ਹੈ, ਕਿਹੜੀ ਕਿਸਮ ਲੱਗਦੀ ਹੈ। ਪਨੀਰੀ ਵੀ ਅਸੀਂ ਮੰਗਾ ਕੇ ਦੇ ਰਹੇ ਹਾਂ, ਉਹਨੂੰ ਲਾਉਣ ਵਾਸਤੇ ਵੀ ਦੱਸਦੇ ਅਸੀਂ ਵੀ ਇਸ ਟਾਈਮ ਲੱਗਣਾ, ਇਹ ਕਿਹੜੀ ਇਹਨੂੰ ਦਵਾਈ ਹੋਣੀ ਆ, ਕਿਹੜੀ ਸਪਰੇਅ ਹੋਣੀ ਆ, ਕਿਹੜੀ ਖਾਦ ਪੈਣੀ ਆ ਥੱਲੇ, ਸਾਰਾ ਕੁਝ ਅਸੀਂ ਉਹਨਾਂ ਨੂੰ ਦੱਸਦੇ ਹਾਂ। ਅੱਛਾ, ਮਤਲਬ ਤੁਸੀਂ ਪੂਰਾ ਦੱਸ ਕੇ ਉਹਨਾਂ ਨੂੰ ਉਹਦੇ ਨਾਲ ਅੱਗੇ ਉਹ ਲਾਉਂਦੇ ਵੀ ਹੈਗੇ? ਹਾਂ ਜੀ, ਨਵੇਂ ਕਿਸਾਨਾਂ ਨੂੰ ਜਾਗਰੂਕ ਬਹੁਤ ਕਰ ਰਹੇ ਹਾਂ ਅਸੀਂ ਵੀ ਕਣਕ ਝੋਨੇ ਚੋਂ ਨਿਕਲੋ, ਫੁੱਲਾਂ ਦੀ ਖੇਤੀ ਕਰਨੀ ਆਓ ਤੁਸੀਂ, ਵਧੀਆ ਆਮਦਨ ਇਹਦੇ ਵਿੱਚ, ਕੋਈ ਐਸੀ ਗੱਲ ਨਹੀਂ ਹੈ। ਇਸ ਗੱਲ ਦਾ ਬਾਪੂ ਇਹ ਵੀ ਗੱਲ ਹੈਗੀ ਆ ਵੀ ਆਪਾਂ ਨੂੰ ਜਦੋਂ ਤੁਹਾਨੂੰ ਇੰਨੇ ਸਾਲ ਹੋ ਗਏ ਲਾਉਂਦਿਆਂ ਨੂੰ, ਤਾਂ ਇੱਥੋਂ ਹੀ ਆਪਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਫਾਇਦਾ ਤਾਂ ਹੀ ਲਾਉਣੇ। ਹਾਂਜੀ ਹਾਂ ਜੀ, ਫਾਇਦਾ ਤਾਂ ਹੀ ਲਾ ਰਹੇ। 1999 ਤੋਂ ਲਾਉਣ ਲੱਗੇ ਜੀ ਅਸੀਂ। ਉਸ ਟਾਈਮ ਅਸੀਂ ਅੱਧੇ ਕਿੱਲੇ ਤੋਂ ਸ਼ੁਰੂ ਕਰਿਆ ਸੀ। ਜੇ ਫਾਇਦਾ ਜੀ ਤਾਂ ਅੱਜ ਅਸੀਂ 13-14-15 ਕਿੱਲਿਆਂ ਤੱਕ ਪਹੁੰਚ ਗਏ। ਜੇ ਫਾਇਦਾ ਨਾ ਹੁੰਦਾ ਹੁਣ ਤਾਂ ਖਤਮ ਤੀ ਫਿਰ। ਬਾਕੀ ਗੱਲ ਆ ਬਾਪੂ, ਮੈਨੂੰ ਲੱਗਦਾ ਵੀ ਤੁਸੀਂ 20 ਸਾਲਾਂ ਤੋਂ ਤਾਂ ਲਾਉਂਦੇ ਆ ਰਹੇ ਹੋ, ਪਰ ਇੱਕ ਰਿਸਕ ਪਿਛਲੇ ਸਾਲ ਬਹੁਤ ਵੱਡਾ ਆਇਆ ਸੀ ਫੁੱਲਾਂ ਵਾਲੇ ਕਿਸਾਨਾਂ ਦੇ ਉੱਤੇ,
ਕਿਉਂਕਿ ਜਦੋਂ ਲੋਕਡਾਊਨ ਲੱਗ ਗਿਆ ਸੀ, ਲੋਕਡਾਊਨ ਲੱਗਣ ਤੋਂ ਬਾਅਦ ਸਭ ਕੁਝ ਹੀ ਬੰਦ ਹੋ ਗਿਆ ਸੀ, ਮੰਦਿਰ ਗੁਰਦੁਆਰੇ ਜਾਂ ਵਿਆਹ ਵੀ ਬੰਦ ਹੋ ਗਏ ਸੀ। ਇਹਨਾਂ ਦੇ ਵਿੱਚ ਬਹੁਤ ਘਾਟਾ ਪਿਆ ਫੁੱਲਾਂ ਵਾਲਿਆਂ ਨੂੰ, ਬਹੁਤਿਆਂ ਨੇ ਵਿਚਾਰਿਆਂ ਨੇ ਖੜੇ ਫੁੱਲ ਵਾਹੇ ਆ। ਤੁਸੀਂ ਇਸ ਚੀਜ਼ ਨੂੰ ਕਿਵੇਂ ਸਾਂਭਿਆ, ਤੁਹਾਨੂੰ ਕਿੰਨਾ ਕੁ ਘਾਟਾ ਪਿਆ? ਉਸ ਟਾਈਮ ਜੀ ਨਰਾਤੇ ਸ਼ੁਰੂ ਹੋਏ ਤੇ ਫੁੱਲ ਮੇਰੇ ਕੋਲੇ ਤਿਆਰ ਸੀ ਤੇ ਨਾਲ ਦੀ ਨਾਲ ਲੋਕਡਾਊਨ ਹੋ ਗਿਆ। ਲੋਕਡਾਊਨ ਹੋਣ ਕਰਕੇ ਜੀ ਸਾਰਾ ਸਾਨੂੰ ਇਹ ਹੋ ਗਿਆ ਵੀ ਹੁਣ ਫੁੱਲ ਵਿਕਣਾ ਨਹੀਂ ਹੈ। ਜੋ ਬਾਗਬਾਨੀ ਡਿਪਾਰਟਮੈਂਟ ਸਭ ਤੋਂ ਲਵਾ ਰਹੀ ਹੈ, ਫੁੱਲਾਂ ਦੀ ਖੇਤੀ ਕਰਵਾ ਰਹੀ ਹੈ, ਅਸੀਂ ਉਹਨਾਂ ਨੂੰ ਵੀ ਕਿਹਾ, ਡਾਇਰੈਕਟਰ ਨੂੰ ਵੀ, ਪੰਜਾਬ ਦਾ ਡਾਇਰੈਕਟਰ ਹੈ ਜਿਹੜਾ, ਉਹਨੂੰ ਵੀ ਅਸੀਂ ਕਿਹਾ ਵੀ ਜਿਹੜੀਆਂ ਫੁੱਲਾਂ ਦੀਆਂ ਦੁਕਾਨਾਂ ਨੇ 2 ਘੰਟੇ ਸਵੇਰੇ ਸ਼ਾਮ ਖਲਾਓ, ਵੀ ਜਿਹੜੀ ਫੁੱਲਾਂ ਦੀ ਖੇਤੀ ਹੈ ਲਵਾਈ ਤੁਸੀਂ ਹੈ, ਸ਼ੁਰੂ ਤੁਸੀਂ ਕਰਵਾਈ ਹੈ, ਵੀ ਕੁਛ ਨਾ ਕੁਛ ਸਾਡਾ ਹੱਲ ਹੋ ਸਕੇ। ਪਰ ਉਸ ਟਾਈਮ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਅਸੀਂ 1-2 ਵਾਰੀ ਤੋੜ ਕੇ ਥੱਲੇ ਸਿੱਟੇ ਜੀ, ਤੇ ਪੇਪਰ ਦੇ ਵਿੱਚ ਆਪਣਾ ਨਿਊਜ਼ ਵਾਲੇ ਖਬਰਾਂ ਲਾਉਣ ਲੱਗ ਗਏ ਵੀ ਫੁੱਲਾਂ ਦੀ ਖੇਤੀ ਹੈ ਜਿਹੜੀ ਹੁਣ ਘਾਟੇ ਵੱਲ ਨੂੰ ਉਹ ਚੱਲੀ ਹੈ ਇਹ ਕਰੋਨਾ ਕਰਕੇ। ਤੇ ਉਹ ਕਿਸੇ ਬੰਦੇ ਨੇ ਫੋਨ 'ਤੇ ਕਨੈਕਟ ਹੋ ਗਿਆ ਜੀ ਸਾਡੇ ਨਾਲ ਵੀ ਤੁਸੀਂ ਫੁੱਲਾਂ ਦੀ ਪੱਤੀ ਭੋਰ ਕੇ ਸੁਕਾਓ ਮੈਰੀਗੋਲਡ ਦੀ, ਵੀ ਮੈਂ ਸੇਲ ਕਰੂੰਗਾ ਇਹਦੀ ਸਾਰੀ ਖਰੀਦੂੰਗਾ ਜੀ। ਅੱਛਾ, ਵੀ ਜਿਹੜੀਆਂ ਪੱਤੀਆਂ ਗੇਂਦੇ ਦੀਆਂ ਉਹ ਸੁਕਾ ਕੇ ਜੀ, ਸੁਕਾ ਕੇ ਅਸੀਂ ਭੋਰ ਕੇ ਫੁੱਲ ਉਹ ਪੱਤੀ ਸੁਕਾਈ ਜੀ, ਉਹ ਸਾਰੀ ਪੱਤੀ ਅਸੀਂ ਜਾਣੀ ਕਿ ਵੇਚਤੀ, ਸਾਡਾ ਮਸਲਾ ਹੱਲ ਹੋ ਗਿਆ ਸੀ ਉਹ ਜੀ। ਅੱਛਾ, ਮਤਲਬ ਜਿੰਨਾ ਕੁ ਸੀ ਮਾੜਾ ਮੋਟਾ ਤੁਹਾਡਾ ਲੇਬਰ ਦਾ ਖਰਚਾ? ਨਹੀਂ ਜੀ, ਲੇਬਰ ਤੋਂ ਵੱਧ ਕੱਢ ਗਿਆ ਸੀ ਉਹ। ਅੱਛਾ, ਚੰਗਾ ਖਰਚਾ ਕੱਢ ਗਿਆ? ਹਾਂ ਜੀ ਹਾਂ, ਉਹ 180 ਰੁਪਏ ਤੋਂ ਲਾ ਕੇ 200 ਰੁਪਏ ਕਿਲੋ ਤੱਕ ਅਸੀਂ ਵੇਚੀ ਹੈ ਸੁੱਕੀ, ਜਾਣੀ ਵਧੀਆ ਚੱਲ ਗਿਆ ਜੀ ਸਾਡਾ, ਉਹਦੇ ਨਾਲ ਕੋਈ ਸਾਨੂੰ ਘਾਟੇ ਵਾਲੀ ਐਸੀ ਗੱਲ ਨਹੀਂ ਹੋਈ ਹੈ। ਤੇ ਉਹੀ ਗੱਲ ਮੈਂ ਤੁਹਾਨੂੰ ਜਿਹੜੀ ਦੱਸਦਾ ਸੀਗਾ ਵੀ ਪਿਛਲੀ ਸਾਲ ਫਿਰ ਵੀ ਤੁਹਾਨੂੰ ਧੱਕਾ ਲੱਗਿਆ ਤੇ ਇਸ ਸਾਲ ਫਿਰ ਤੁਸੀਂ ਦੁਬਾਰਾ ਫਿਰ ਫੁੱਲ ਲਾਏ, ਕਿਉਂਕਿ ਹਜੇ ਕਰੋਨਾ ਗਿਆ ਨਹੀਂ ਆ, ਸਰਕਾਰਾਂ ਹਜੇ ਵੀ ਨਹੀਂ ਪਤਾ ਕੀ ਕਰ ਦੇਣ, ਹੈ ਨਾ, ਕਦੋਂ ਲੋਕਡਾਊਨ ਲਾਉਣ ਜਾਂ ਕੁਝ ਵੀ ਹੋ ਸਕਦਾ, ਪਰ ਫਿਰ ਵੀ ਤੁਸੀਂ ਫੁੱਲ ਲਾਏ। ਤੁਹਾਨੂੰ ਹੁਣ ਕਿਵੇਂ ਐ ਲੱਗਿਆ? ਨਹੀਂ ਜੀ, ਹੁਣ ਸਾਡੇ ਕੋਲੇ ਹੱਲ ਲੱਭਿਆ ਹੀ ਹੈ ਇਸ ਨੇ ਜੀ, ਸੁੱਕੀ ਪੱਤੀ ਸਾਨੂੰ ਹੁਣ ਵੀ ਉਹ ਤੁਸੀਂ ਐ ਪੱਕਾ ਆਰਡਰ ਦੇ ਰਿਹਾ ਸੀ ਸਾਨੂੰ ਬੰਦਾ ਉਹ। ਅੱਛਾ, ਅਜੇ ਜਿਹੜੇ ਬੰਦੇ ਨੇ ਲਏ ਨੇ ਉਹ ਇਸ ਵਾਰੀ ਵੀ ਸਾਨੂੰ ਆਰਡਰ ਦੇ ਰਿਹਾ ਵੀ ਤਿਆਰ ਕਰੋ, ਮੈਂ ਮਾਲ ਚੱਕਣਾ ਤੁਹਾਡਾ, ਵੀ ਤੁਸੀਂ ਫੁੱਲ ਫਰੈਸ਼ ਫੁੱਲ ਸੇਲ ਨਾ ਕਰੋ, ਤੁਸੀਂ ਪੱਤੀ ਬਣਾਓ, ਮੈਂ ਚੱਕੂੰਗਾ, ਰੇਟ ਵੀ ਤੁਹਾਨੂੰ ਹੋਰ ਪਿਛਲੇ ਸਾਲ ਤੋਂ ਵੱਧ ਦੇਵਾਂਗਾ ਮੈਂ। ਅੱਛਾ, ਹਾਂ ਜੀ ਹਾਂ। ਬਾਪੂ ਹੋਰ ਸੋਚਿਆ ਤੁਸੀਂ ਕੋਈ ਫੁੱਲ ਦੀਆਂ ਵੈਰਾਈਟੀਆਂ, ਜਿਵੇਂ ਕਈ ਲੋਕ ਗੁਲਾਬ ਵੀ ਲਾਉਂਦੇ ਹੋਣਗੇ? ਹਾਂ ਜੀ ਹਾਂ, ਵੈਰਾਈਟੀਆਂ ਬਹੁਤ ਨੇ, ਗੁਲਾਬ ਦੀ ਖੇਤੀ ਵਧੀਆ ਸਦਾਬਹਾਰ ਖੇਤੀ ਹੈ, ਪਰ ਜੇ ਜ਼ਿਆਦਾ ਅਸੀਂ ਵਧਾਉਂਦੇ ਆ ਤਾਂ ਪੈਰ ਖੰਡਣ ਵਾਲੀ ਗੱਲ ਹੈ, ਫਿਰ ਇਹ ਗੇਂਦੇ ਦਾ ਕੰਮ ਹੈ, ਗਲੈਡੀਅਸ ਦਾ, ਤੇ ਚਿੱਟਾ ਫੁੱਲ ਹੋ ਗਿਆ ਤਾਂ ਇਹ ਨਹੀਂ ਸੰਭਾਲਿਆ ਜਾਣਾ ਟਾਈਮ ਤੇ, ਫਿਰ ਜਿੰਨਾ ਕੁ ਅੰਡਰ ਇਹ ਕੰਮ ਉਹਨਾਂ ਕੇ ਠੀਕ ਰਹਿੰਦਾ ਜੀ। ਹਾਂ, ਮਤਲਬ ਜ਼ਿਆਦਾ ਲਾਲਚ ਕਰਨ ਨਾਲੋਂ ਇਹ ਚੰਗਾ ਹੈ ਕਿ ਆਪਾਂ ਜਿਹੜਾ ਆਪਣਾ ਵਧਾਈ ਜਾਈਏ, ਸੇਲ ਹੋਵੇ ਨਾ, ਅੱਗੇ ਖਰਾਬ ਹੀ ਕਰਕੇ ਬਈਏ ਸਾਰਾ ਕੁਝ, ਜਿੰਨਾ ਕਹੇਗਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਾਂਭ ਰਹੇ ਹੋ, ਮਤਲਬ ਠੀਕ ਹੈ। ਆਖਰੀ ਗੱਲ ਆ ਬਾਪੂ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਕਿਉਂਕਿ ਤੁਹਾਡੇ ਵਰਗੇ ਜਿਹੜੇ ਬਜ਼ੁਰਗ ਹੈ ਉਹ ਬੜੀ ਵੱਡੀ ਸੇਧ ਆ ਆਪਣੇ ਕਿਸਾਨਾਂ ਲਈ, ਹੈ ਨਾ, ਕਿਉਂਕਿ ਵਿਚਾਰੇ ਬਹੁਤ ਜ਼ਿਆਦਾ ਤਾਂ ਜਿਹੜੇ ਬਾਹਰ ਜਾ ਰਹੇ ਆ, ਜਿਹੜੇ ਬਾਹਰ ਨਹੀਂ ਜਾ ਰਹੇ ਉਹਨਾਂ ਨੂੰ ਇੱਥੇ ਹਿਸਾਬ ਨਹੀਂ ਆ ਰਿਹਾ ਵੀ ਕਿਹੜੇ ਹਿਸਾਬ ਨਾਲ ਖੇਤੀ ਕਰੀਏ। ਉਹ ਤਾਂ ਆਪਣਾ ਸ਼ੌਂਕ ਹੈ, ਦੇਖੋ ਜੀ, ਕਿਸੇ ਨੂੰ ਮੱਝਾਂ ਪਾਲਣ ਦਾ ਸ਼ੌਂਕ ਹੋਵੇ, ਮੱਛੀ ਪਾਲਣ ਦਾ ਸ਼ੌਂਕ ਹੋਵੇ, ਜਾਂ ਫੁੱਲਾਂ ਦਾ ਲਾ ਲਓ, ਜੇ ਕੋਈ ਫੁੱਲ ਲਾਉਣੇ ਨੇ ਕਿਸੇ ਨੇ, ਉਹ ਸਾਡੇ ਨਾਲ ਫੋਨ ਤੇ ਕਨੈਕਟ ਕਰ ਸਕਦਾ, ਆ ਕੇ ਦੇਖ ਸਕਦਾ ਸਾਡੇ ਲਾਏ ਹੋਏ, ਸਾਰਾ ਕੁਝ ਅਸੀਂ ਉਹਨੂੰ ਦੱਸਾਂਗੇ, ਪਨੀਰੀ ਵੀ ਬਾਰੇ ਵੀ ਦੱਸਾਂਗੇ, ਮੰਗਾ ਕੇ ਵੀ ਦੇਵਾਂਗੇ। ਅਸੀਂ ਤਾਂ ਇਹੀ ਕਹਿੰਦੇ ਆ। ਬਾਕੀ ਬਾਪੂ ਮੈਂ ਇੱਕ ਗੱਲ, ਆਖਰੀ ਗੱਲ ਤੁਹਾਨੂੰ ਇਹੀ ਕਹਿਣਾ ਵੀ ਜਿਹੜੇ ਡੋਲੇ ਹੋਏ ਕਿਸਾਨ ਆ ਆਪਣੇ ਮੁੰਡੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ, ਕਿਉਂਕਿ ਤੁਹਾਡੇ ਤੋਂ ਸਿੱਖਣਾ ਚਾਹਣਗੇ ਉਹ? ਅਸੀਂ ਤਾਂ ਦੇਖੋ ਜੀ ਇਹ ਕਹਿ ਰਹੇ ਹਾਂ ਵੀ ਕਿਰਤ ਕਰੋ, ਕੋਈ ਜਿਹੜੀ ਖੇਤੀ ਹੈ ਕੋਈ ਘਾਟੇ ਵਾਲਾ ਸੌਦਾ ਨਹੀਂ ਹੈ। ਇਹ ਹੈ ਵੀ ਆਪਾਂ ਕਣਕ ਝੋਨੇ ਨੂੰ ਛੱਡ ਦਿਓ ਜੇ ਘਾਟੇ ਵਾਲਾ ਲੱਗਦਾ, ਹੋਰ ਦੂਜੇ ਪਾਸੇ ਆ ਜਾਓ, ਖੇਤੀਆਂ ਕਾਫੀ ਨੇ, ਜਿਹੜੀ ਖੇਤੀ 'ਚੋਂ ਆਪਾਂ ਨੂੰ ਵਧੀਆ ਲੱਗਦਾ ਉਹ ਖੇਤੀ ਕਰ ਲਓ, ਕੋਈ ਜ਼ਰੂਰੀ ਨਹੀਂ ਵੀ ਕਣਕ ਝੋਨੇ ਲਾਉਣਾ ਆਪਾਂ ਨੇ। ਬਿਲਕੁਲ 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 ਬਾਪੂ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਧੰਨਵਾਦ। ਦੋਸਤੋ, ਆਪਣੇ ਜਿਹੜੇ ਹੋਰ ਕਿਸਾਨ ਹੈ ਜਿਹੜੇ ਕਿ ਖੇਤੀ ਕਰਨਾ ਚਾਹੁੰਦੇ ਆ, ਠੀਕ ਹੈ, ਕਣਕ ਝੋਨੇ ਦੇ ਵਿੱਚੋਂ ਕੁਝ ਨਹੀਂ ਬਚਦਾ, ਕਿਉਂਕਿ ਹੁਣ ਤਾਂ ਰੇਹਾਂ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ, ਸਪਰੇਹਾਂ ਵੀ, ਬੀਜ ਵੀ ਮਹਿੰਗੇ ਹੋ ਗਏ ਆ, ਪਰ ਜੇ ਤੁਸੀਂ ਵੱਖਰੇ ਕਿਸਮ ਦੀ ਖੇਤੀ ਕਰੋਗੇ ਤਾਂ ਉਹਦੇ ਨਾਲ ਇਹ ਫਾਇਦਾ ਹੈ ਕਿ ਤੁਸੀਂ ਬੀਜ ਘੱਟੋ ਘੱਟ ਇਹ ਜਿਹੜੇ 2-3 ਵੈਰਾਈਟੀਆਂ ਦੇ ਬੀਜ ਆ ਉਹ ਆਪਣੇ ਆਪ ਹੀ ਬਣਾ ਲੈਂਦੇ ਆ। ਤਾਂ ਆਪਣੇ ਜਿਹੜੇ ਕਿਸਾਨ ਹੈ, ਜ਼ਰੂਰੀ ਨਹੀਂ ਹੈ ਤੁਸੀਂ ਫੁੱਲਾਂ ਦੀ ਖੇਤੀ ਕਰੋ, ਪਰ ਇਹ ਆ ਵੀ ਇਸ ਤੋਂ ਵੀ ਸੇਧ ਲਓ, ਫੁੱਲ ਵੀ ਕਰ ਸਕਦੇ ਹੋ ਤੁਸੀਂ, ਹੋਰ ਵੱਖਰੇ ਕਿਸਮ ਦੀਆਂ ਖੇਤੀਆਂ ਵੀ ਕਰ ਸਕਦੇ ਹੋ, ਹਲਦੀ ਵੀ ਲਾਉਂਦੇ ਆ ਮੁੰਡੇ, ਜਾਂ ਆਪਣੇ ਪਸ਼ੂ ਪਾਲਣ ਵੀ ਕਰਦੇ ਆ, ਇਹ ਸਾਰਾ ਕੁਝ ਕਰਨਾ ਚਾਹੀਦਾ ਹੈ। ਆਪਣੇ ਪੰਜਾਬ ਦੇ ਵਿੱਚ ਘੱਟੋ ਘੱਟ 1700 ਹੈਕਟੇਅਰ ਫੁੱਲ ਲੱਗੇ ਹੋਏ ਆ, ਮਤਲਬ ਫਲੋਰੀਕਲਚਰ ਜਿਹੜਾ ਹੈਗਾ ਉਹਦੇ ਅੰਦਰ 1700 ਹੈਕਟੇਅਰ ਆਉਂਦਾ, ਤਾਂ ਬੜੇ ਲੋਕ ਕਰ ਰਹੇ ਆ, ਬੜੇ ਕਿਸਾਨ ਕਰ ਰਹੇ ਆ, ਤੇ ਬਾਕੀ ਵੀ ਆਪਣੇ ਕਿਸਾਨਾਂ ਨੂੰ ਕਰਨਾ ਚਾਹੀਦਾ। ਧੰਨਵਾਦ।